ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਕਰਦੇ ਹਾਂ ਦੋਸਤੋ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਹਾਜ਼ਰ ਹੋਏ ਹਾਂ ਦੋਸਤੋ ਨਵੀਂ ਕਹਾਣੀ ਲੈ ਕੇ। ਉਮੀਦ ਹੈ ਤੁਸੀਂ ਬੇਹੱਦ ਪਸੰਦ ਕਰੋਗੇ ਅਤੇ ਅੱਗੇ ਲਾਈਕ ਸ਼ੇਅਰ ਵੀ ਜ਼ਰੂਰ ਕਰੋਗੇ। ਮੇਰਾ ਨਾਮ ਸੀਰਤ ਹੈ ਅਤੇ ਮੈਂ ਇੱਕ ਮਿਡਲ ਕਲਾਸ ਪਰਿਵਾਰ ਨਾਲ ਸੰਬੰਧ ਰੱਖਦੀ ਹਾਂ। ਪਰ ਮੇਰਾ ਵਿਆਹ ਇੱਕ ਬਹੁਤ ਹੀ ਅਮੀਰ ਘਰ ਵਿੱਚ ਹੋਇਆ ਸੀ। ਮੇਰੀਆਂ ਸਹੇਲੀਆਂ ਤੋਂ ਜਲਨ ਦੇ ਮਾਰੇ ਮੇਰੀ ਇਹ ਖੁਸ਼ੀ ਬਰਦਾਸ਼ਤ ਨਹੀਂ ਹੋ ਰਹੀ ਸੀ। ਇਹ ਉਹਨਾਂ ਦੇ ਚਿਹਰਿਆਂ 'ਤੇ ਸਾਫ਼ ਦਿਸ ਰਿਹਾ ਸੀ ਅਤੇ ਮੈਂ ਖੁਸ਼ੀ ਵਿੱਚ ਬਾਗੋ ਬਾਗ ਸੀ ਕਿਉਂਕਿ ਮੇਰਾ ਪਤੀ ਕਿਸੇ ਫਿਲਮ ਦੇ ਹੀਰੋ ਤੋਂ ਘੱਟ ਹੈਂਡਸਮ ਨਹੀਂ ਸੀ। ਮੈਂ ਆਪਣੇ ਇਹ ਦਿਨ ਗਿਣ ਕੇ ਲੰਘਾਏ ਸੀ। ਖੈਰ, ਅੱਜ ਉਹ ਦਿਨ ਵੀ ਆ ਗਿਆ ਸੀ ਜਦੋਂ ਮੈਂ ਆਪਣੇ ਝੌਂਪੜੀ ਵਰਗੇ ਘਰ ਵਿੱਚੋਂ ਨਿਕਲ ਕੇ ਮਹਿਲਾਂ ਦੀ ਰਾਣੀ ਬਣ ਗਈ ਸੀ। ਵਿਆਹ ਦੀ ਪਹਿਲੀ ਰਾਤ ਨੂੰ ਮੇਰੇ ਪਤੀ ਨੇ ਹਮੇਸ਼ਾ ਮੇਰਾ ਸਾਥ ਦੇਣ ਲਈ ਕਈ ਵਾਅਦੇ ਕੀਤੇ ਸਨ। ਮੈਂ ਬਹੁਤ ਖੁਸ਼ ਸੀ, ਪਰ ਉਹ ਕਹਿੰਦੇ ਹਨ ਕਿ ਹਰ ਇੱਕ ਫੁੱਲ ਦੇ ਨਾਲ ਇੱਕ ਕੰਡਾ ਵੀ ਹੁੰਦਾ ਹੈ। ਹਰ ਖੁਸ਼ੀ ਦੀ ਗੋਦੀ ਵਿੱਚ ਇੱਕ ਨੰਨਾ ਜਿਹਾ ਦੁੱਖ ਵੀ ਲੁਕਿਆ ਹੁੰਦਾ ਹੈ। ਇਸ ਗੱਲ ਦੀ ਸਮਝ ਮੈਨੂੰ ਆਪਣੇ ਵਿਆਹ ਦੀ ਅਗਲੀ ਸੁਬਹ ਨੂੰ ਆਈ ਸੀ। ਮੈਨੂੰ ਆਪਣੇ ਘਰ ਵਿੱਚ ਸਵੇਰੇ ਦੇਰ ਨਾਲ ਉੱਠਣ ਦੀ ਆਦਤ ਸੀ। ਮੇਰਾ ਸਹੁਰਾ ਪਰਿਵਾਰ ਵੀ ਥੋੜ੍ਹਾ ਮਾਡਰਨ ਸੀ। ਮੈਨੂੰ ਲੱਗਿਆ ਸੀ ਕਿ ਇੱਥੇ ਮੇਰੇ 'ਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਹੋਵੇਗੀ। ਮੇਰੇ ਸਹੁਰੇ ਪਰਿਵਾਰ ਵਿੱਚ ਸੀ ਹੀ ਕਿੰਨੇ ਜਾਣੇ, ਬਸ ਇੱਕ ਪਤੀ, ਸੱਸ ਅਤੇ ਨਣਦ। ਇਸ ਲਈ ਮੈਂ ਗਹਿਰੀ ਨੀਂਦ ਵਿੱਚ ਸੌਂ ਰਹੀ ਸੀ। ਅਚਾਨਕ ਸਾਡੇ ਕਮਰੇ ਦਾ ਦਰਵਾਜ਼ਾ ਜ਼ੋਰ-ਜ਼ੋਰ ਦੀ ਖੜਕਿਆ, ਜਿਵੇਂ ਕੋਈ ਭੂਚਾਲ ਆ ਗਿਆ ਹੋਵੇ। ਮੇਰਾ ਪਤੀ ਵੀ ਘਬਰਾ ਕੇ ਇੱਕਦਮ ਉੱਠ ਖੜਾ ਹੋਇਆ। ਮੈਂ ਵੀ ਅੱਖਾਂ ਮਲਦੀ ਹੋਈ ਉੱਠ ਕੇ ਬੈੱਡ 'ਤੇ ਬੈਠ ਗਈ ਸੀ ਅਤੇ ਦਰਵਾਜ਼ਾ ਜ਼ੋਰ-ਜ਼ੋਰ ਦੀ ਖੜਕ ਰਿਹਾ ਸੀ। ਮੇਰੇ ਪਤੀ ਵਿਕਰਮ ਨੇ ਜਲਦੀ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਮੇਰੀ ਨਣਦ ਵੀਨਾ ਖੜੀ ਸੀ। ਉਹ ਆਪਣੇ ਭਰਾ ਨੂੰ ਪਿੱਛੇ ਕਰਕੇ ਮੇਰੇ ਕੋਲ ਆ ਗਈ ਅਤੇ ਉਹ ਘਮੰਡੀ ਜਿਹੇ ਲਹਿਜੇ ਵਿੱਚ ਬੋਲੀ, "ਭਾਬੀ, ਤੁਸੀਂ ਹਲੇ ਤੱਕ ਸੌਂ ਰਹੇ ਹੋ? ਜਲਦੀ ਉੱਠੋ, ਮੈਂ ਤੁਹਾਡੇ ਹੱਥਾਂ ਦਾ ਨਾਸ਼ਤਾ ਕਰਨਾ ਹੈ।" ਮੇਰੀਆਂ ਸਾਰੀਆਂ ਸਹੇਲੀਆਂ ਆਪਣੀ ਭਾਬੀ ਦੇ ਹੱਥਾਂ ਦਾ ਹੀ ਨਾਸ਼ਤਾ ਕਰਦੀਆਂ ਹਨ। ਮੈਂ ਅਚਾਨਕ ਆਪਣੀ ਨਣਦ ਦੀਆਂ ਗੱਲਾਂ ਸੁਣ ਕੇ ਘਬਰਾ ਗਈ ਸੀ ਅਤੇ ਫਿਰ ਵੀਨਾ ਦੇ ਪਿੱਛੇ ਹੀ ਮੇਰੀ ਸੱਸ ਵੀ ਆ ਗਈ। ਉਹ ਮੇਰੀ ਨਣਦ ਵੀਨਾ ਨੂੰ ਝਿੜਕ ਰਹੀ ਸੀ ਕਿ ਇਹ ਕੀ ਬਚਪਨਾ ਹੈ, ਹਾਲੇ ਤਾਂ ਬਹੂ ਨੇ ਮਿੱਠਾ ਵੀ ਨਹੀਂ ਬਣਾਇਆ। ਤਾਂ ਵੀਨਾ ਨੇ ਕਿਹਾ, "ਪਹਿਲਾਂ ਭਾਬੀ ਮਿੱਠਾ ਬਣਾ ਲਵੇਗੀ ਅਤੇ ਬਾਅਦ ਵਿੱਚ ਮੇਰੇ ਲਈ ਨਾਸ਼ਤਾ ਬਣਾ ਦੇਵੇਗੀ।" ਫਿਰ ਵੀਨਾ ਨੇ ਕਿਹਾ, "ਭਾਬੀ, ਤੁਸੀਂ 15 ਮਿੰਟ ਵਿੱਚ ਫਰੈਸ਼ ਹੋ ਕੇ ਰਸੋਈ ਵਿੱਚ ਆ ਜਾਓ, ਮੈਨੂੰ ਬਹੁਤ ਭੁੱਖ ਲੱਗੀ ਹੈ।" ਕਮਰੇ ਵਿੱਚੋਂ ਮੇਰੀ ਸੱਸ ਤੇ ਨਣਦ ਦੇ ਚਲੇ ਜਾਣ ਤੋਂ ਬਾਅਦ ਮੈਂ ਆਪਣੇ ਪਤੀ ਵਿਕਰਮ ਵੱਲ ਸ਼ਿਕਾਇਤੀ ਨਜ਼ਰਾਂ ਨਾਲ ਵੇਖਿਆ ਸੀ। ਉਹ ਆਪਣੀ ਭੈਣ ਦੀ ਇਸ ਹਰਕਤ 'ਤੇ ਮੁਸਕਰਾ ਰਹੇ ਸੀ। ਮੈਨੂੰ ਬਹੁਤ ਗੁੱਸਾ ਚੜ੍ਹਿਆ ਹੋਇਆ ਸੀ। ਇਸ ਲਈ ਮੈਂ ਵਿਕਰਮ ਨੂੰ ਕਿਹਾ ਕਿ ਵਿਕਰਮ, ਮੈਨੂੰ ਵੀਨਾ ਦੀ ਇਹ ਗੱਲ ਬਿਲਕੁਲ ਵੀ ਚੰਗੀ ਨਹੀਂ ਲੱਗੀ। ਤੁਸੀਂ ਜਾ ਕੇ ਇਸ ਨੂੰ ਸਮਝਾਓ ਕਿ ਮੈਂ ਇਸ ਘਰ ਦੀ ਬਹੂ ਹਾਂ, ਨੌਕਰਾਨੀ ਨਹੀਂ। ਮੇਰੀ ਇਹ ਗੱਲ ਸੁਣ ਕੇ ਵਿਕਰਮ ਦੇ ਮੱਥੇ 'ਤੇ ਤਿਉੜੀਆਂ ਪੈ ਗਈਆਂ ਅਤੇ ਉਹ ਮੈਨੂੰ ਕਾਫੀ ਰੁੱਖੇਪਨ ਨਾਲ ਬੋਲਿਆ ਕਿ ਸੀਰਤ, ਅੱਜ ਤਾਂ ਤੂੰ ਮੈਨੂੰ ਇਹ ਗੱਲ ਕਹਿ ਦਿੱਤੀ ਹੈ, ਪਰ ਮੈਂ ਦੁਬਾਰਾ ਤੇਰੇ ਮੂੰਹੋਂ ਇਹ ਨਹੀਂ ਸੁਣਾਂਗਾ। ਵੀਨਾ ਮੇਰੀ ਔਲਾਦ ਦੀ ਤਰ੍ਹਾਂ ਹੈ। ਪਾਪਾ ਦੇ ਦੇਹਾਂਤ ਤੋਂ ਬਾਅਦ ਮੈਂ ਇਸ ਦਾ ਪਾਲਣ ਪੋਸ਼ਣ ਇੱਕ ਬਾਪ ਬਣ ਕੇ ਕੀਤਾ ਹੈ। ਜੇਕਰ ਅੱਜ ਤੋਂ ਬਾਅਦ ਤੂੰ ਵੀਨਾ ਦੀ ਕੋਈ ਵੀ ਗੱਲ ਮੰਨਣ ਤੋਂ ਇਨਕਾਰ ਕੀਤਾ ਤਾਂ ਤੈਨੂੰ ਤੇਰਾ ਹੱਥ ਫੜ ਕੇ ਮੈਂ ਤੇਰੇ ਪੇਕੇ ਛੱਡ ਆਵਾਂਗਾ, ਉਹ ਵੀ ਸਦਾ ਲਈ। ਵਿਕਰਮ ਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਸੀ। ਕੋਈ ਆਪਣੀ ਨਵੀਂ ਨਵੇਲੀ ਵਹੁਟੀ ਦੇ ਨਾਲ ਐਦਾਂ ਵੀ ਕਰਦਾ ਹੈ ਭਲਾ? ਫਿਰ ਮੈਂ ਥੋੜ੍ਹੀ ਦੇਰ ਬਾਅਦ ਨਹਾ ਧੋ ਕੇ ਰਸੋਈ ਵਿੱਚ ਚਲੀ ਗਈ। ਵੀਨਾ ਦੀਆਂ ਫਰਮਾਇਸ਼ਾਂ ਦੀ ਲੰਮੀ ਲਿਸਟ ਤਿਆਰ ਸੀ। ਮੈਂ ਉਸਦੀ ਮਰਜ਼ੀ ਦੇ ਹਿਸਾਬ ਨਾਲ ਸਾਰਾ ਕੁਝ ਬਣਾ ਦਿੱਤਾ। ਵੀਨਾ ਮੇਰੇ ਤੋਂ ਉਮਰ ਵਿੱਚ 2 ਸਾਲ ਹੀ ਛੋਟੀ ਸੀ। ਉਹ ਇੰਨੀ ਛੋਟੀ ਬੱਚੀ ਵੀ ਨਹੀਂ ਸੀ ਕਿ ਉਸਨੂੰ ਅਹਿਸਾਸ ਹੀ ਨਾ ਹੁੰਦਾ ਕਿ ਨਵੀਂ ਵਿਆਹੀ ਬਹੂ ਦੇ 100 ਤਰ੍ਹਾਂ ਦੇ ਅਰਮਾਨ ਹੁੰਦੇ ਹਨ। ਖੈਰ, ਫਿਰ ਮੈਂ ਹੌਲੀ-ਹੌਲੀ ਘਰ ਦੇ ਮਾਹੌਲ ਦੇ ਹਿਸਾਬ ਨਾਲ ਉਹਨਾਂ ਗੱਲਾਂ ਦੀ ਆਦੀ ਹੁੰਦੀ ਜਾ ਰਹੀ ਸੀ। ਹੁਣ ਮੈਨੂੰ ਸਭ ਸਮਝ ਆ ਚੁੱਕਿਆ ਸੀ ਕਿ ਇਸ ਘਰ ਵਿੱਚ ਮੇਰੀ ਨਣਦ ਵੀਨਾ ਦਾ ਹੀ ਸਿੱਕਾ ਚੱਲਦਾ ਹੈ। ਮੈਂ ਵੀ ਵਿਕਰਮ ਦੀ ਖਾਤਰ ਆਪਣੀ ਨਣਦ ਵੀਨਾ ਨਾਲ ਬੜੇ ਪਿਆਰ ਨਾਲ ਪੇਸ਼ ਆਉਂਦੀ ਸੀ। ਸਾਡੇ ਵਿਆਹ ਨੂੰ ਹੁਣ 5 ਮਹੀਨੇ ਹੋ ਚੁੱਕੇ ਸੀ, ਪਰ ਹਾਲੇ ਤੱਕ ਸਾਨੂੰ ਰੱਬ ਨੇ ਔਲਾਦ ਦੀ ਖੁਸ਼ੀ ਤੋਂ ਵਾਂਝਿਤ ਰੱਖਿਆ ਸੀ। ਮੈਂ ਔਲਾਦ ਲਈ ਦਿਨ ਰਾਤ ਅਰਦਾਸਾਂ ਕਰਦੀ ਸੀ। ਮੈਨੂੰ ਪੂਰਾ ਵਿਸ਼ਵਾਸ ਸੀ ਕਿ ਜਦੋਂ ਮੇਰੇ ਕੋਈ ਔਲਾਦ ਹੋ ਗਈ ਤਾਂ ਵੀਨਾ ਦੀ ਅਹਿਮੀਅਤ ਘਟ ਜਾਵੇਗੀ। ਡਾਕਟਰ ਨੇ ਕਿਹਾ ਸੀ, ਤੇ ਜੇਕਰ ਤੁਸੀਂ ਟੈਨਸ਼ਨ ਵਾਲੇ ਮਾਹੌਲ ਤੋਂ ਬਾਹਰ ਨਿਕਲੋਗੇ ਤਾਂ ਔਲਾਦ ਵੀ ਜਲਦੀ ਹੋ ਜਾਵੇਗੀ। ਇਸ ਲਈ ਮੈਂ ਹਨੀਮੂਨ 'ਤੇ ਜਾਣਾ ਚਾਹੁੰਦੀ ਸੀ, ਪਰ ਵਿਕਰਮ ਆਪਣੇ ਕੰਮਾਂ ਵਿੱਚ ਇੰਨਾ ਜ਼ਿਆਦਾ ਬਿਜੀ ਸੀ, ਉਹ ਇੰਨਾ ਸਮਾਂ ਹੀ ਨਹੀਂ ਕੱਢ ਪਾ ਰਿਹਾ ਸੀ ਕਿ ਅਸੀਂ ਦੋਵੇਂ ਹਨੀਮੂਨ ਲਈ ਚਲੇ ਜਾਂਦੇ। ਮੈਂ ਵੀ ਉਹਨਾਂ ਦੇ ਪਿੱਛੇ ਹੀ ਪਈ ਰਹਿੰਦੀ ਸੀ, ਤਾਂ ਕਰਕੇ ਉਹ ਹੱਸ ਕੇ ਟਾਲ ਦਿੰਦੇ।
ਫਿਰ ਇੱਕ ਦਿਨ ਵਿਕਰਮ ਨੇ ਮੇਰੀ ਗੱਲ ਮੰਨ ਲਈ। ਉਸਨੇ ਕਿਹਾ ਕਿ ਆਪਾਂ ਹਨੀਮੂਨ ਲਈ ਚੱਲਾਂਗੇ। ਇਸ ਲਈ ਮੈਂ ਬਹੁਤ ਖੁਸ਼ ਸੀ। ਮੈਂ ਸਾਰਾ ਦਿਨ ਤਿਆਰੀਆਂ ਕਰਦੀ ਰਹੀ। ਫਿਰ ਰਾਤ ਦਾ ਖਾਣਾ ਖਾਂਦੇ ਸਮੇਂ ਵਿਕਰਮ ਨੇ ਮੇਰੀ ਸੱਸ ਨੂੰ ਇਹ ਦੱਸ ਦਿੱਤਾ ਕਿ ਅਸੀਂ 2 ਹਫ਼ਤਿਆਂ ਲਈ ਹਨੀਮੂਨ ਲਈ ਜਾ ਰਹੇ ਹਾਂ, ਕਸ਼ਮੀਰ ਮਨਾਲੀ। ਇਹ ਸੁਣ ਕੇ ਵੀਨਾ ਤਾਂ ਨੱਚ ਉੱਠੀ ਅਤੇ ਉਸਨੇ ਕਿਹਾ ਕਿ ਮੰਮੀ, ਮੈਂ ਵੀ ਵੀਰੇ ਨਾਲ ਜਾਣਾ ਚਾਹੁੰਦੀ ਹਾਂ। ਮੇਰੀਆਂ ਸਾਰੀਆਂ ਸਹੇਲੀਆਂ ਵੀ ਘੁੰਮਣ ਲਈ ਗਈਆਂ ਹੋਈਆਂ ਹਨ। ਵੀਰੇ, ਮੈਨੂੰ ਵੀ ਆਪਣੇ ਨਾਲ ਘੁੰਮਣ ਲਈ ਲੈ ਚੱਲੋ। ਮੇਰੀ ਸੱਸ ਨੇ ਵੀਨਾ ਨੂੰ ਅੱਖਾਂ ਦਿਖਾਈਆਂ, ਪਰ ਵਿਕਰਮ ਵੀਨਾ ਵੱਲ ਦੇਖ ਕੇ ਮੁਸਕਰਾ ਪਿਆ ਅਤੇ ਉਸਨੇ ਕਿਹਾ ਕਿ ਹਾਂ, ਕਿਉਂ ਨਹੀਂ, ਤੂੰ ਵੀ ਸਾਡੇ ਨਾਲ ਚੱਲ। ਹੁਣ ਮੇਰੀ ਬਰਦਾਸ਼ਤ ਕਰਨ ਦੀ ਹੱਦ ਪਾਰ ਹੋ ਚੁੱਕੀ ਸੀ ਅਤੇ ਮੈਂ ਵੀਨਾ ਨੂੰ ਕਿਹਾ ਕਿ ਵੀਨਾ, ਤੂੰ ਆਪਣੀਆਂ ਸਹੇਲੀਆਂ ਤੋਂ ਪੁੱਛੀ ਕਿ ਉਹ ਵੀ ਆਪਣੇ ਭਰਾ ਭਾਬੀ ਦਾ ਹਨੀਮੂਨ ਖਰਾਬ ਕਰਨ ਲਈ ਨਾਲ ਜਾਂਦੀਆਂ ਹਨ। ਮੇਰੀਆਂ ਗੱਲਾਂ ਸੁਣ ਕੇ ਵੀਨਾ ਰੋਣ ਲੱਗ ਪਈ, ਜਦੋਂ ਕਿ ਮੈਂ ਉੱਥੋਂ ਉੱਠ ਕੇ ਆਪਣੇ ਕਮਰੇ ਵਿੱਚ ਆ ਗਈ। ਮੈਨੂੰ ਵਿਕਰਮ ਦਾ ਬੜਾ ਡਰ ਸੀ ਕਿ ਉਹ ਹੁਣ ਮੇਰੇ ਨਾਲ ਲੜਾਈ ਝਗੜਾ ਕਰਨਗੇ, ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਉਹ ਕਮਰੇ ਵਿੱਚ ਆਏ ਅਤੇ ਚੁੱਪਚਾਪ ਬਿਨਾਂ ਕੁਝ ਬੋਲੇ ਸੌਂ ਗਏ। ਅਗਲੀ ਸਵੇਰ ਹੁੰਦਿਆਂ ਹੀ ਵਿਕਰਮ ਨੇ ਮੇਰਾ ਪੈਕ ਸਮਾਨ ਗੱਡੀ ਵਿੱਚ ਰੱਖਿਆ ਅਤੇ ਮੈਨੂੰ ਚੱਲਣ ਲਈ ਕਿਹਾ। ਮੇਰੀ ਖੁਸ਼ੀ ਦੀ ਕੋਈ ਸੀਮਾ ਨਾ ਰਹੀ। ਮੈਨੂੰ ਲੱਗਿਆ ਸੀ ਕਿ ਮੈਂ ਜਿੱਤ ਗਈ ਹਾਂ ਅਤੇ ਹੁਣ ਵੀਨਾ ਸਾਡੀਆਂ ਖੁਸ਼ੀਆਂ ਦੇ ਵਿੱਚ ਨਹੀਂ ਆਵੇਗੀ। ਪਰ ਇਹ ਕੀ ਸੀ? ਵਿਕਰਮ ਨੇ ਮੇਰੇ ਘਰ ਦੇ ਸਾਹਮਣੇ ਗੱਡੀ ਰੋਕ ਕੇ ਕਿਹਾ ਕਿ ਇੱਥੇ ਉਤਰ ਜਾ, ਤੇਰਾ ਸਟਾਪ ਆ ਗਿਆ ਹੈ। ਮੈਂ ਬਸ ਚੁੱਪਚਾਪ ਖੜੀ ਉਸ ਨੂੰ ਦੇਖ ਰਹੀ ਸੀ ਤਾਂ ਵਿਕਰਮ ਨੇ ਮੈਨੂੰ ਕਿਹਾ ਕਿ ਮੈਂ ਮਾਂ ਅਤੇ ਵੀਨਾ ਨੂੰ ਮਨਾਲੀ ਸੈਰ ਕਰਵਾਉਣ ਲਈ ਲੈ ਕੇ ਜਾ ਰਿਹਾ ਹਾਂ। ਇਸ ਲਈ ਤੈਨੂੰ ਘਰ ਵਿੱਚ ਇਕੱਲੇ ਛੱਡਣਾ ਠੀਕ ਨਹੀਂ ਲੱਗਿਆ ਅਤੇ ਇਸ ਲਈ ਹੀ ਮੈਂ ਤੈਨੂੰ ਹੁਣ ਇੱਥੇ ਛੱਡ ਕੇ ਜਾ ਰਿਹਾ ਹਾਂ। ਹੁਣ ਜਦੋਂ ਤੱਕ ਤੇਰਾ ਦਿਮਾਗ ਟਿਕਾਣੇ ਨਹੀਂ ਆ ਜਾਂਦਾ, ਤੂੰ ਇੱਥੇ ਹੀ ਰਹੇਂਗੀ। ਇਹ ਵਿਕਰਮ ਦੇ ਬੋਲੇ ਹੋਏ ਬੋਲ ਨਹੀਂ ਸਨ, ਇਹ ਤਲਵਾਰ ਸਨ ਅਤੇ ਇਸ ਤਲਵਾਰ ਨੇ ਮੇਰਾ ਸੀਨਾ ਚੀਰ ਕੇ ਰੱਖ ਦਿੱਤਾ ਸੀ। ਫਿਰ ਜਦੋਂ ਮੈਂ ਉੱਤਰ ਕੇ ਆਪਣੇ ਘਰ ਅੰਦਰ ਗਈ ਤਾਂ ਮੇਰੀ ਮਾਂ ਨੇ ਮੈਨੂੰ ਸੀਨੇ ਨਾਲ ਲਾ ਲਿਆ। ਮੇਰੇ ਪੇਕੇ ਘਰ ਵਿੱਚ ਮੇਰੇ ਅਜੇ 3-4 ਦਿਨ ਹੀ ਸਕੂਨ ਨਾਲ ਗੁਜ਼ਰੇ ਸੀ ਕਿ ਮੇਰੀ ਭਾਬੀ ਨੇ ਮੈਨੂੰ ਤਾਨੇ ਦੇਣੇ ਸ਼ੁਰੂ ਕਰ ਦਿੱਤੇ ਸੀ। ਉਹ ਮੇਰੀ ਮਾਂ ਦਾ ਖੂਬ ਮਜ਼ਾਕ ਉਡਾਉਂਦੀ ਕਿ ਤੂੰ ਆਪਣੀ ਧੀ ਨੂੰ ਕਿਹੋ ਜਿਹੇ ਸੰਸਕਾਰ ਦਿੱਤੇ ਹਨ, 5 ਮਹੀਨੇ ਵੀ ਆਪਣਾ ਘਰ ਨਾ ਵਸਾ ਸਕੀ। ਕੁਝ ਦਿਨਾਂ ਬਾਅਦ ਤਾਂ ਮੇਰਾ ਭਰਾ ਵੀ ਮੈਨੂੰ ਕਹਿਣ ਲੱਗਿਆ ਕਿ ਸੀਰਤ, ਮਹਿਮਾਨ ਸਿਰਫ 2-3 ਦਿਨਾਂ ਦਾ ਹੀ ਹੁੰਦਾ ਹੈ, ਤੂੰ ਤਾਂ ਇੱਥੇ ਪੱਕਾ ਡੇਰਾ ਹੀ ਜਮਾ ਕੇ ਬੈਠ ਗਈ। ਆਪਣੀ ਭਾਬੀ ਨਾਲ ਕੰਮਾਂ ਵਿੱਚ ਹੱਥ ਵਟਾਇਆ ਕਰ। ਮੈਂ ਆਪਣੇ ਘਰ ਵਾਲਿਆਂ ਦੇ ਵਿਵਹਾਰ ਤੋਂ ਬਹੁਤ ਦੁਖੀ ਹੋ ਗਈ ਸੀ ਅਤੇ ਮੈਨੂੰ ਹੁਣ 2 ਵਕਤ ਦੀ ਰੋਟੀ ਖਾਣ ਲਈ ਆਪਣੇ ਘਰ ਵਿੱਚ ਹੀ ਮਜ਼ਦੂਰੀ ਕਰਨੀ ਪੈਂਦੀ ਸੀ। ਮੇਰੇ ਰਿਸ਼ਤੇਦਾਰ ਵੀ ਘਰ ਆ ਕੇ 100-100 ਗੱਲਾਂ ਸੁਣਾ ਕੇ ਜਾਂਦੇ ਕਿ ਸੀਰਤ ਦਾ ਤਾਂ ਆਪਣੇ ਸਹੁਰੇ ਘਰ ਵਿੱਚ ਦਿਲ ਹੀ ਨਹੀਂ ਲੱਗਿਆ। ਪਤਾ ਨਹੀਂ ਕੀ ਚੱਕਰ ਸੀ। ਇਹਨਾਂ ਗੱਲਾਂ ਤੋਂ ਤੰਗ ਆ ਕੇ ਮੈਂ ਆਪਣਾ ਸਮਾਨ ਚੁੱਕਿਆ ਅਤੇ ਫਿਰ ਤੋਂ ਆਪਣੇ ਸਹੁਰੇ ਘਰ ਚਲੀ ਗਈ ਸੀ। ਮੇਰੇ ਸਹੁਰੇ ਘਰ ਪਹੁੰਚਣ 'ਤੇ ਮੇਰੀ ਸੱਸ ਨੇ ਮੇਰਾ ਬਹੁਤ ਵਧੀਆ ਸਵਾਗਤ ਕੀਤਾ, ਜਦੋਂ ਕਿ ਮੇਰੀ ਨਣਦ ਵੀਨਾ ਮੈਨੂੰ ਦੇਖ ਕੇ ਆਪਣਾ ਮੂੰਹ ਜਿਹਾ ਬਣਾਉਣ ਲੱਗੀ ਅਤੇ ਉਸਨੇ ਮੈਨੂੰ ਕਿਹਾ ਕਿ ਭਾਬੀ, ਤੁਸੀਂ ਤਾਂ ਇੱਥੇ ਆਉਣ ਦੀ ਬੇਵਜ੍ਹਾ ਹੀ ਤਕਲੀਫ ਕੀਤੀ, ਕਿਉਂਕਿ ਮੈਂ ਤਾਂ ਆਪਣੇ ਭਰਾ ਲਈ ਨਵੀਂ ਬਹੂ ਲੱਭ ਰਹੀ ਹਾਂ। ਉਸ ਦੀ ਗੱਲ ਸੁਣ ਕੇ ਮੇਰਾ ਦਿਲ ਜਿਹਾ ਡਰ ਗਿਆ, ਕਿਉਂਕਿ ਮੈਨੂੰ ਪਤਾ ਹੈ ਹੋਣਾ ਤਾਂ ਉਹੀ ਸੀ ਜੋ ਮੇਰੀ ਨਣਦ ਚਾਹੁੰਦੀ ਸੀ, ਪਰ ਮੇਰੀ ਸੱਸ ਨੇ ਇਸ਼ਾਰਾ ਕਰਕੇ ਉਸ ਨੂੰ ਚੁੱਪ ਕਰਵਾ ਦਿੱਤਾ। ਵਿਕਰਮ ਜਦੋਂ ਦਫ਼ਤਰ ਵਿੱਚੋਂ ਵਾਪਸ ਆਇਆ ਤਾਂ ਮੈਨੂੰ ਦੇਖ ਕੇ ਉਸ ਨੂੰ ਬਿਲਕੁਲ ਵੀ ਖੁਸ਼ੀ ਨਾ ਹੋਈ। ਮੇਰੀ ਇੱਜ਼ਤ ਹੁਣ ਸਿਰਫ 2 ਕੌਡੀ ਦੀ ਹੀ ਰਹਿ ਗਈ ਸੀ, ਪਰ ਮੈਂ ਆਪਣੇ ਪੇਕਿਆਂ ਤੋਂ ਆਪਣੀ ਜ਼ਿੰਦਗੀ ਦਾ ਮਕਸਦ ਸਿੱਖ ਕੇ ਆਈ ਸੀ ਕਿ ਵਿਆਹ ਤੋਂ ਬਾਅਦ ਔਰਤ ਦੀ ਇੱਜ਼ਤ ਉਸ ਦਾ ਸਹੁਰਾ ਘਰ ਹੀ ਹੁੰਦੀ ਹੈ। ਇਸ ਲਈ ਮੈਂ ਉੱਥੇ ਰਹਿਣ ਦਾ ਤਰੀਕਾ ਸੋਚ ਲਿਆ ਸੀ ਅਤੇ ਹੁਣ ਮੈਂ ਆਪਣੀ ਨਣਦ ਵੀਨਾ ਨੂੰ ਖੁਸ਼ ਰੱਖਦੀ ਅਤੇ ਇਸ ਤਰ੍ਹਾਂ ਮੈਨੂੰ ਵੀਨਾ ਦੇ ਅੱਗੇ ਪਿੱਛੇ ਫਿਰਦੇ ਦੇਖ ਮੇਰੇ ਪਤੀ ਵਿਕਰਮ ਦਾ ਵਿਵਹਾਰ ਵੀ ਮੇਰੇ ਪ੍ਰਤੀ ਥੋੜ੍ਹਾ ਮਿੱਠਾ ਹੋਣਾ ਸ਼ੁਰੂ ਹੋ ਗਿਆ। ਮੈਂ ਔਲਾਦ ਲਈ ਪ੍ਰਾਰਥਨਾਵਾਂ ਕਰਦੀ ਨਾ ਥੱਕਦੀ। ਵਿਕਰਮ ਵੀ ਔਲਾਦ ਦੀ ਇੱਛਾ ਰੱਖਦਾ ਸੀ, ਪਰ ਇਹ ਦੇਰ ਸਿਰਫ ਹੁਣ ਭਗਵਾਨ ਦੇ ਘਰ ਵਿੱਚ ਹੀ ਸੀ। ਅਸੀਂ ਦੋਨੋਂ ਸਿਹਤ ਪੱਖੋਂ ਸਹੀ ਸੀ। ਇੱਧਰ ਮੇਰੀ ਨਣਦ ਵੀਨਾ ਮੈਨੂੰ ਪਰੇਸ਼ਾਨ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੀ ਸੀ, ਪਰ ਮੈਂ ਨੋਟਿਸ ਕੀਤਾ ਕਿ ਅੱਜਕੱਲ੍ਹ ਉਹ ਕਿਸੇ ਹੋਰ ਹੀ ਚੱਕਰ ਵਿੱਚ ਸੀ। ਉਹ ਸਾਰਾ ਦਿਨ ਆਪਣੇ ਕਮਰੇ ਵਿੱਚ ਹੀ ਵੜੀ ਰਹਿੰਦੀ ਅਤੇ ਘਰੋਂ ਵੀ ਕਈ ਘੰਟਿਆਂ ਲਈ ਗਾਇਬ ਹੋ ਜਾਂਦੀ ਸੀ। ਮੈਂ ਵੀ ਇਸ ਗੱਲ ਦਾ ਭੇਦ ਜਾਣਨ ਦੀ ਠਾਣ ਲਈ ਸੀ। ਇਹ ਭੇਦ ਜਾਣਨ ਲਈ ਮੈਨੂੰ ਬਹੁਤ ਜ਼ਿਆਦਾ ਯਤਨ ਕਰਨੇ ਪਏ ਸੀ, ਪਰ ਆਖਿਰ ਸੱਚ ਕਦੋਂ ਤੱਕ ਛੁਪ ਸਕਦਾ ਸੀ। ਤਾਂ ਗੱਲ ਇਹ ਸੀ ਕਿ ਵੀਨਾ ਦੀ ਬਾਹਰ ਕਿਸੇ ਮੁੰਡੇ ਨਾਲ ਗੱਲਬਾਤ ਸੀ। ਸਾਡੇ ਮੁਹੱਲੇ ਵਿੱਚ ਇੱਕ ਨਵਾਂ ਮੁੰਡਾ ਆਇਆ ਸੀ ਅਤੇ ਉਸ ਦਾ ਬਿਲਕੁਲ ਕਾਲਾ ਜਿਹਾ ਰੰਗ ਸੀ।
ਕੱਪੜਿਆਂ ਤੋਂ ਵੀ ਉਹ ਗਰੀਬੀ ਦੀ ਚੱਕੀ ਵਿੱਚ ਪਿਸਿਆ ਹੋਇਆ ਇੱਕ ਨੌਜਵਾਨ ਲੱਗਦਾ ਸੀ। ਉਸ ਮੁੰਡੇ ਵਿੱਚ ਅਜਿਹੀ ਕੋਈ ਵੀ ਖੂਬੀ ਨਹੀਂ ਸੀ ਜਿਸ ਨੂੰ ਦੇਖ ਕੇ ਉਸ ਨੂੰ ਪਿਆਰ ਕੀਤਾ ਜਾ ਸਕੇ। ਪਰ ਵੀਨਾ ਦੀਆਂ ਅੱਖਾਂ 'ਤੇ ਤਾਂ ਪਤਾ ਨਹੀਂ ਕਿਹੜੀ ਪੱਟੀ ਬੰਨ੍ਹੀ ਗਈ ਸੀ। ਮੈਂ ਇਸ ਸਾਰੇ ਮਾਮਲੇ ਤੋਂ ਬੜਾ ਮਜ਼ਾ ਲੈ ਰਹੀ ਸੀ। ਹਰ ਸ਼ਾਮ ਨੂੰ ਉਹ ਵੀਨਾ ਨੂੰ ਇੱਕ ਲਿਫਾਫਾ ਫੜਾ ਕੇ ਜਾਂਦਾ। ਇਸ ਤੋਂ ਬਾਅਦ ਵੀਨਾ ਕਈ ਘੰਟਿਆਂ ਲਈ ਆਪਣੇ ਕਮਰੇ ਵਿੱਚ ਹੀ ਰਹਿੰਦੀ ਸੀ। ਹੁਣ ਮੈਂ ਵੀ ਚੰਗੀ ਤਰ੍ਹਾਂ ਸੋਚ ਰੱਖਿਆ ਸੀ ਕਿ ਮੈਂ ਆਪਣੇ ਪਤੀ ਨੂੰ ਉਸ ਦੀ ਲਾਡਲੀ ਭੈਣ ਦਾ ਅਸਲੀ ਸੱਚ ਜ਼ਰੂਰ ਦਿਖਾਊਂਗੀ। ਇਸ ਲਈ ਮੈਂ ਅਤੇ ਵਿਕਰਮ ਜਦੋਂ ਵੀ ਇਕੱਠੇ ਬੈਠਦੇ, ਮੈਂ ਉਸ ਨੂੰ ਇਹੀ ਕਹਿੰਦੀ ਕਿ ਵੀਨਾ ਦਾ ਕਿਸੇ ਚੰਗੀ ਜਗ੍ਹਾ 'ਤੇ ਰਿਸ਼ਤਾ ਲੱਭ ਲਓ। ਇਹ ਜਵਾਨੀ ਵੀ ਬੜੀ ਅਜੀਬ ਚੀਜ਼ ਹੁੰਦੀ ਹੈ। ਇਸ ਵਿੱਚ ਸਹੀ ਗਲਤ ਦਾ ਪਤਾ ਨਹੀਂ ਲੱਗਦਾ ਤੇ ਅੱਜ ਕੱਲ੍ਹ ਦਾ ਤਾਂ ਜ਼ਮਾਨਾ ਹੀ ਬਹੁਤ ਖਰਾਬ ਹੈ। ਵਿਕਰਮ ਮੇਰੀਆਂ ਇਹਨਾਂ ਗੱਲਾਂ ਤੋਂ ਚਿੜ ਜਾਂਦਾ ਅਤੇ ਕਹਿੰਦਾ, ਜ਼ਮਾਨਾ ਚਾਹੇ ਕਿਹੋ ਜਿਹਾ ਵੀ ਹੋਵੇ, ਪਰ ਮੇਰੀ ਭੈਣ ਨੂੰ ਤਾਂ ਬਾਹਰ ਦੀ ਹਵਾ ਵੀ ਨਹੀਂ ਲੱਗੀ। ਮੈਂ ਮਨ ਹੀ ਮਨ ਉਸ ਦੀ ਗੱਲ 'ਤੇ ਖੂਬ ਹੱਸਦੀ। ਹੁਣ ਮੈਂ ਵੀਨਾ ਦੀ ਪੂਰੀ ਤਰ੍ਹਾਂ ਜਾਸੂਸੀ ਕਰ ਰਹੀ ਸੀ। ਇੱਕ ਦਿਨ ਮੈਂ ਵੀਨਾ ਨੂੰ ਘਰੋਂ ਬੜਾ ਸਜ ਸਵਰ ਅਤੇ ਤਿਆਰ ਹੋ ਕੇ ਨਿਕਲਦੇ ਦੇਖਿਆ ਅਤੇ ਮੈਂ ਉਸ ਦਾ ਪਿੱਛਾ ਕੀਤਾ। ਮੈਂ ਉਸ ਤੋਂ ਥੋੜ੍ਹੀ ਦੂਰੀ ਰੱਖ ਕੇ ਉਸ ਦੇ ਪਿੱਛੇ ਪਿੱਛੇ ਹੀ ਚੱਲ ਰਹੀ ਸੀ। ਉਹ ਘਰੋਂ ਸਹੇਲੀ ਦੇ ਘਰ ਦਾ ਕਹਿ ਕੇ ਗਈ ਸੀ। ਅੱਗੇ ਜਾ ਕੇ ਇੱਕ ਗਲੀ ਸੀ। ਉਸ ਗਲੀ ਦੇ ਮੋੜ 'ਤੇ ਜਾ ਕੇ ਉਹ ਇੱਕ ਕਾਲੇ ਜਿਹੇ ਰੰਗ ਦੀ ਗੱਡੀ ਵਿੱਚ ਜਾ ਕੇ ਬੈਠ ਗਈ। ਮੈਂ ਥੋੜ੍ਹਾ ਅੱਗੇ ਹੋ ਕੇ ਦੇਖਿਆ ਤਾਂ ਉਸ ਵਿੱਚ ਇੱਕ ਬਹੁਤ ਹੀ ਹੈਂਡਸਮ ਮੁੰਡਾ ਬੈਠਾ ਸੀ। ਉਹ ਲੜਕਾ ਸ਼ਕਲ ਤੋਂ ਹੀ ਅਮੀਰ ਘਰ ਦਾ ਲੱਗ ਰਿਹਾ ਸੀ। ਫਿਰ ਮੈਂ ਉਸ ਤੋਂ ਬਾਅਦ ਘਰ ਵਾਪਸ ਆ ਗਈ। ਮੈਨੂੰ ਬਹੁਤ ਜਲਨ ਮਹਿਸੂਸ ਹੋਣ ਲੱਗੀ ਕਿ ਆਖਿਰ ਵੀਨਾ ਦੇ ਹੱਥ ਇੰਨਾ ਹੈਂਡਸਮ ਲੜਕਾ ਕਿਵੇਂ ਲੱਗਿਆ, ਉਹ ਵੀ ਇੰਨਾ ਅਮੀਰ। ਇਸ ਗੱਲ ਦੀ ਤਹਿ ਤੱਕ ਪਹੁੰਚਣ ਲਈ ਮੈਂ ਪੂਰਾ ਰਾਜ਼ ਜਾਣਨ ਦੀ ਕੋਸ਼ਿਸ਼ ਕੀਤੀ ਅਤੇ ਇਸ ਗੱਲ ਦਾ ਰਾਜ਼ ਜਾਣਨ ਤੋਂ ਬਾਅਦ ਮੈਨੂੰ ਬੜੀ ਬੇਚੈਨੀ ਜਿਹੀ ਹੋਈ। ਰਾਜ਼ ਸਾਹਮਣੇ ਆਉਣ ਤੋਂ ਬਾਅਦ ਪਤਾ ਲੱਗਿਆ ਮੇਰੀ ਨਣਦ ਵੀਨਾ ਅਤੇ ਉਸ ਅਮੀਰ ਲੜਕੇ ਦੀ ਮੁਹੱਬਤ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਸੀ, ਜਦੋਂ ਕਿ ਉਹ ਕਾਲਾ ਸਾਂਵਲਾ ਜਿਹਾ ਲੜਕਾ ਉਸ ਲੜਕੇ ਦਾ ਪਾਰਸਲ ਦੇਣ ਲਈ ਵੀਨਾ ਕੋਲ ਆਉਂਦਾ ਸੀ। ਇਹ ਕਿਵੇਂ ਹੋ ਸਕਦਾ ਹੈ ਕਿ ਵੀਨਾ ਇੱਥੇ ਵੀ ਪੇਕੇ ਘਰ ਵਿੱਚ ਐਸ਼ ਕਰਦੀ ਹੈ ਅਤੇ ਅਗਲੇ ਘਰ ਵੀ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰੇ। ਇਸ ਤਰ੍ਹਾਂ ਤਾਂ ਉਸ ਨੂੰ ਕਦੇ ਵੀ ਸਜ਼ਾ ਨਹੀਂ ਮਿਲੇਗੀ ਜੋ ਉਸਨੇ ਮੇਰੇ ਨਾਲ ਕੀਤਾ ਹੈ। ਇਸ ਲਈ ਮੈਂ ਇੱਕ ਖਤਰਨਾਕ ਪਲਾਨ ਬਣਾਇਆ। ਮੇਰੀ ਇਸ ਪਲਾਨ ਤੋਂ ਅੱਗੇ ਸਵਰਗ ਸੀ ਜਾਂ ਨਰਕ, ਇਹ ਨਹੀਂ ਪਤਾ ਸੀ, ਪਰ ਮੈਂ ਤਾਂ ਬਸ ਬੇਫਿਕਰ ਹੋ ਕੇ ਇਹ ਯੋਜਨਾ ਤਿਆਰ ਕਰ ਲਈ। ਮੈਂ ਵਿਕਰਮ ਨੂੰ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਮੈਂ ਵੀਨਾ ਨੂੰ ਕਿਸੇ ਲੜਕੇ ਨਾਲ ਜਾਂਦੇ ਦੇਖਿਆ ਸੀ। ਮੇਰੀ ਗੱਲ ਸੁਣ ਕੇ ਵਿਕਰਮ ਨੇ ਮੇਰੇ ਨਾਲ ਬਹੁਤ ਲੜਾਈ ਝਗੜਾ ਕੀਤਾ ਅਤੇ ਮੈਨੂੰ ਬਹੁਤ ਬੁਰਾ ਭਲਾ ਆਖਿਆ, ਪਰ ਮੈਂ ਹਾਰ ਨਾ ਮੰਨੀ। ਮੈਂ ਥੋੜ੍ਹਾ ਥੋੜ੍ਹਾ ਜ਼ਹਿਰ ਵਿਕਰਮ ਦੇ ਕੰਨਾਂ ਵਿੱਚ ਹਰ ਰੋਜ਼ ਭਰਦੀ ਰਹਿੰਦੀ। ਇੱਕ ਦਿਨ ਮੈਂ ਵਿਕਰਮ ਨੂੰ ਫੋਨ ਕਰਕੇ ਘਰ ਬੁਲਾ ਲਿਆ ਅਤੇ ਜਦੋਂ ਵਿਕਰਮ ਦਫ਼ਤਰ ਤੋਂ ਘਰ ਆਇਆ ਤਾਂ ਮੈਂ ਉਸ ਨੂੰ ਉੱਪਰ ਛੱਤ 'ਤੇ ਲੈ ਗਈ। ਸਾਨੂੰ ਜ਼ਿਆਦਾ ਇੰਤਜ਼ਾਰ ਨਾ ਕਰਨਾ ਪਿਆ। ਮੇਰੀ ਨਣਦ ਵੀਨਾ ਜਲਦੀ ਹੀ ਘਰੋਂ ਨਿਕਲ ਕੇ ਆਪਣੀ ਮੰਜ਼ਿਲ ਵੱਲ ਚੱਲ ਪਈ। ਮੈਂ ਵਿਕਰਮ ਨੂੰ ਕਿਹਾ ਕਿ ਤੁਸੀਂ ਗੇਟ ਦੇ ਪਿੱਛੇ ਲੁੱਕ ਕੇ ਸਾਡੀਆਂ ਗੱਲਾਂ ਸੁਣੋ। ਉਸ ਦਾ ਰੰਗ ਗੁੱਸੇ ਨਾਲ ਲਾਲ ਹੋ ਰਿਹਾ ਸੀ। ਵਿਕਰਮ ਮੇਰੇ ਪਿੱਛੇ ਹੀ ਆ ਰਿਹਾ ਸੀ। ਫਿਰ ਵੀਨਾ ਜਿਵੇਂ ਹੀ ਘਰ ਵਿੱਚ ਵੜੀ ਤਾਂ ਮੈਂ ਉਸ ਨੂੰ ਗੁੱਸਾ ਦਿਲਵਾਉਣ ਲਈ ਕਿਹਾ, ਵੀਨਾ, ਮੈਂ ਦੇਖ ਚੁੱਕੀ ਹਾਂ ਕਿ ਤੂੰ ਕਿੱਥੋਂ ਆ ਰਹੀ ਹੈ। ਤੈਨੂੰ ਜ਼ਰਾ ਵੀ ਸ਼ਰਮ ਨਹੀਂ ਆਈ ਆਪਣੇ ਭਰਾ ਦਾ ਮੂੰਹ ਕਾਲਾ ਕਰਵਾਉਣ ਲੱਗਿਆ। ਉਹ ਹਮੇਸ਼ਾ ਦੀ ਤਰ੍ਹਾਂ ਮੇਰੇ ਉੱਤੇ ਧੌਂਸ ਜਮਾਉਂਦੇ ਹੋਏ ਬੋਲੀ, ਹਾਂ, ਮੈਂ ਉਸ ਮੁੰਡੇ ਨੂੰ ਮਿਲ ਕੇ ਆਈ ਹਾਂ। ਮੇਰਾ ਤੇ ਉਸ ਮੁੰਡੇ ਦਾ ਚੱਕਰ ਚੱਲ ਰਿਹਾ ਹੈ ਅਤੇ ਮੈਂ ਰੋਜ਼ ਹੀ ਮਿਲਣ ਜਾਂਦੀ ਹਾਂ ਉਸ ਮੁੰਡੇ ਨੂੰ। ਸਾਰਿਆਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ, ਭਾਬੀ ਹੁਣ ਤੁਸੀਂ ਸੱਚ ਜਾਣ ਲਿਆ ਹੈ, ਹੁਣ ਖੁਸ਼ ਹੋ। ਪਰ ਇਹ ਸਭ ਜਾਣ ਕੇ ਵੀ ਤੈਨੂੰ ਕੁਝ ਹਾਸਲ ਨਹੀਂ ਹੋਣ ਵਾਲਾ, ਕਿਉਂਕਿ ਤੇਰੀ ਕਿਸੇ ਵੀ ਗੱਲ 'ਤੇ ਕੋਈ ਵੀ ਵਿਸ਼ਵਾਸ ਨਹੀਂ ਕਰੇਗਾ। ਜੇਕਰ ਤੂੰ ਵਿਕਰਮ ਵੀਰੇ ਨੂੰ ਦੱਸੇਂਗੀ ਵੀ ਤਾਂ ਉਹ ਤੈਨੂੰ ਤਲਾਕ ਦੇ ਕੇ ਘਰੋਂ ਕੱਢ ਦੇਵੇਗਾ। ਪਰ ਮੇਰੇ 'ਤੇ ਸ਼ੱਕ ਨਹੀਂ ਕਰਨਗੇ ਕਿਉਂਕਿ ਉਹ ਮੇਰੇ 'ਤੇ ਅੰਨਾ ਵਿਸ਼ਵਾਸ ਕਰਦੇ ਹਨ। ਉਸ ਦੀਆਂ ਗੱਲਾਂ ਸੁਣ ਕੇ ਵਿਕਰਮ ਗੇਟ ਦੇ ਪਿੱਛੋਂ ਨਿਕਲ ਕੇ ਬਾਹਰ ਆ ਗਿਆ। ਵਿਕਰਮ ਨੇ ਆਪਣੀ ਭੈਣ ਵੀਨਾ ਦੇ ਥੱਪੜ ਮਾਰ ਕੇ ਉਸ ਦਾ ਮੂੰਹ ਲਾਲ ਕਰ ਦਿੱਤਾ ਅਤੇ ਮੇਰੀ ਸੱਸ ਵੀ ਆਪਣੀ ਬੇਟੀ ਨੂੰ ਬਚਾਉਣ ਲਈ ਭੱਜੀ ਭੱਜੀ ਆਈ। ਵਿਕਰਮ ਨੇ ਕਿਹਾ, ਅੰਨਾ ਵਿਸ਼ਵਾਸ ਕਰਦਾ ਹਾਂ, ਪਰ ਮੈਂ ਅੰਨਾ ਹਾਂ ਨਹੀਂ। ਅੱਜ ਜੇਕਰ ਪਾਪਾ ਜਿੰਦਾ ਹੁੰਦੇ ਤਾਂ ਉਹ ਆਪਣੇ ਹੱਥਾਂ ਨਾਲ ਤੇਰਾ ਕਤਲ ਕਰ ਦਿੰਦੇ, ਪਰ ਮੈਂ ਤੇਰੀ ਜ਼ਿੰਦਗੀ ਬਖਸ਼ ਰਿਹਾ ਹਾਂ। ਫਿਰ ਤਾਂ ਬਸ ਸਭ ਕੁਝ ਚੁਟਕੀਆਂ ਵਿੱਚ ਹੀ ਹੋਇਆ। ਵਿਕਰਮ ਨੇ ਪੰਡਤ ਨੂੰ ਬੁਲਾ ਲਿਆ ਅਤੇ ਉਸ ਸਾਂਵਲੇ ਰੰਗ ਵਾਲੇ ਮੁੰਡੇ ਨੂੰ ਥੱਪੜ ਮਾਰ ਮਾਰ ਕੇ ਘਰ ਲੈ ਆਂਦਾ। ਉਸ ਮੁੰਡੇ ਨੇ ਵੀ ਸਾਡੇ ਘਰ ਆ ਕੇ ਉਹੀ ਸਭ ਕੁਝ ਕਿਹਾ ਜੋ ਉਸ ਨੂੰ ਮੈਂ ਸਿਖਾ ਕੇ ਆਈ ਸੀ। ਉਸ ਦਿਨ ਤੋਂ ਕੋਈ 4 ਕੁ ਦਿਨ ਪਹਿਲਾਂ ਮੈਂ ਉਸ ਕਾਲੇ ਮੁੰਡੇ ਦੇ ਘਰ ਗਈ ਸੀ।
ਉਹ ਕਾਫੀ ਪਰੇਸ਼ਾਨ ਜਿਹਾ ਸੀ। ਆਪਣੀ ਮਾਂ ਦੇ ਇਲਾਜ ਲਈ ਉਸਨੂੰ 30,000 ਰੁਪਏ ਚਾਹੀਦੇ ਸਨ। ਮੈਂ ਉਸਨੂੰ 50,000 ਰੁਪਏ ਦੇ ਕੇ ਖਰੀਦ ਲਿਆ ਸੀ। ਇਸ ਲਈ ਉਸ ਮੁੰਡੇ ਨੇ ਉਹੀ ਸਭ ਕਿਹਾ ਜੋ ਉਸਦੇ ਮੂੰਹੋਂ ਮੈਂ ਅਖਵਾਉਣਾ ਚਾਹੁੰਦੀ ਸੀ। ਇਸ ਤਰ੍ਹਾਂ ਮੈਂ ਹੁਣ ਉਹਨਾਂ ਦੋਹਾਂ ਦਾ ਵਿਆਹ ਕਰਵਾ ਰਹੀ ਸੀ ਅਤੇ ਮੈਂ ਇਸ ਨਾਟਕ ਦੀ ਡਾਇਰੈਕਟਰ ਸੀ। ਮੈਂ ਬਹੁਤ ਖੁਸ਼ੀ ਨਾਲ ਸਭ ਦੇਖ ਰਹੀ ਸੀ। ਵੀਨਾ ਹੱਥ ਜੋੜ ਕੇ ਕਹਿ ਰਹੀ ਸੀ, ਵਿਕਰਮ ਵੀਰੇ, ਇੱਕ ਵਾਰ ਮੇਰੀ ਗੱਲ ਤਾਂ ਸੁਣੋ। ਮੈਂ ਦੂਸਰੇ ਲੜਕੇ ਨੂੰ ਪਿਆਰ ਕਰਦੀ ਹਾਂ। ਇਸ ਗੱਲ ਤੇ ਵਿਕਰਮ ਨੂੰ ਹੋਰ ਵੀ ਜ਼ਿਆਦਾ ਗੁੱਸਾ ਆ ਰਿਹਾ ਸੀ ਕਿ ਇਹ ਇੰਨੇ ਜ਼ਿਆਦਾ ਲੜਕਿਆਂ ਨੂੰ ਜਾਣਦੀ ਹੈ ਅਤੇ ਮੇਰੀ ਸੱਸ ਨੇ ਰੋ ਰੋ ਕੇ ਅਲੱਗ ਤੋਂ ਤਮਾਸ਼ਾ ਕੀਤਾ ਹੋਇਆ ਸੀ। ਖੈਰ, ਮੇਰੇ ਦਿਲ ਦੀ ਇੱਛਾ ਪੂਰੀ ਹੋ ਗਈ ਅਤੇ ਵੀਨਾ ਦਾ ਮਨਹੂਸ ਸਾਇਆ ਮੇਰੀ ਜ਼ਿੰਦਗੀ ਤੋਂ ਹਮੇਸ਼ਾ ਲਈ ਹਟ ਗਿਆ। ਜੋ ਉਸ ਨਾਲ ਹੋਇਆ, ਮੈਨੂੰ ਉਹ ਸੋਚ ਸੋਚ ਕੇ ਅੰਦਰ ਹੀ ਅੰਦਰ ਹਾਸਾ ਆ ਰਿਹਾ ਸੀ। ਉਸਨੇ ਮੇਰੇ ਵਿਆਹ ਤੋਂ ਬਾਅਦ ਮੇਰੇ ਨਾਲ ਬਹੁਤ ਬੁਰਾ ਕੀਤਾ ਸੀ। ਹੁਣ ਉਸਦੇ ਨਾਲ ਵੀ ਬੁਰਾ ਹੀ ਹੋ ਰਿਹਾ ਹੋਵੇਗਾ। ਉਹ ਤਾਂ ਲੋਕਾਂ ਦੇ ਬਰਤਨ ਮਾਂਜ ਕੇ ਆਪਣਾ ਪੇਟ ਭਰਦੀ ਹੋਵੇਗੀ। ਮੇਰੀ ਸੱਸ ਵੀਨਾ ਨਾਲ ਹੋਏ ਇਸ ਹਾਦਸੇ ਤੋਂ ਬਾਅਦ ਚਿੰਤਾ ਵਿੱਚ ਬਿਲਕੁਲ ਅੱਧੀ ਰਹਿ ਗਈ ਸੀ ਤੇ ਢਲ ਜਿਹੀ ਗਈ ਸੀ। ਪਰ ਮੈਂ ਹੁਣ ਸ਼ੇਰਨੀ ਬਣ ਚੁੱਕੀ ਸੀ ਅਤੇ ਹੁਣ ਮੈਂ ਆਪਣੀ ਸੱਸ ਕੋਲੋਂ ਘਰ ਦੇ ਸਾਰੇ ਕੰਮ ਕਰਵਾਉਣ ਲੱਗ ਪਈ ਸੀ। ਤੇ ਹੁਣ ਇਹਨਾਂ ਦਿਨਾਂ ਵਿੱਚ ਹੀ ਮੈਨੂੰ ਪਰਮਾਤਮਾ ਨੇ ਔਲਾਦ ਦੀ ਖੁਸ਼ੀ ਦੇ ਦਿੱਤੀ ਸੀ। ਮੈਂ ਮਾਂ ਬਣਨ ਵਾਲੀ ਸੀ ਅਤੇ ਹੁਣ ਜਾ ਕੇ ਮੇਰੇ ਪਤੀ ਵਿਕਰਮ ਦੇ ਮਨ ਵਿੱਚੋਂ ਆਪਣੀ ਭੈਣ ਦਾ ਦੁੱਖ ਨਿਕਲਿਆ ਸੀ। ਹੁਣ ਤਾਂ ਮੈਂ ਉਸਦੀ ਲਾਡਲੀ ਪਤਨੀ ਬਣ ਚੁੱਕੀ ਸੀ। ਹੁਣ ਘਰ ਵਿੱਚ ਸਿਰਫ ਮੇਰਾ ਹੀ ਹੁਕਮ ਚੱਲਦਾ ਸੀ ਅਤੇ ਮੇਰੇ ਇੱਕ ਇਸ਼ਾਰੇ ਤੇ ਹਰ ਚੀਜ਼ ਮੈਨੂੰ ਹਾਜ਼ਰ ਹੁੰਦੀ ਸੀ। ਇਹੀ ਸਭ ਤਾਂ ਮੈਂ ਚਾਹੁੰਦੀ ਸੀ। ਬਿਨਾਂ ਵਜ੍ਹਾ ਤੋਂ ਵੀਨਾ ਨੇ ਮੇਰਾ ਇੰਨਾ ਕੀਮਤੀ ਸਮਾਂ ਬਰਬਾਦ ਕੀਤਾ। ਖੈਰ, ਹੁਣ ਤਾਂ ਮੈਂ ਆਪਣੇ ਜੂਠੇ ਬਰਤਨ ਤੱਕ ਵੀ ਆਪਣੀ ਸੱਸ ਤੋਂ ਹੀ ਧਵਾਉਂਦੀ ਸੀ। ਮੇਰੇ 8 ਮਹੀਨੇ ਪੂਰੇ ਹੋ ਚੁੱਕੇ ਸਨ। ਇੱਧਰ ਹੁਣ ਮੇਰੇ ਆਰਾਮ ਕਰਨ ਦੇ ਦਿਨ ਸਨ ਅਤੇ ਮੇਰੀ ਸੱਸ ਨੇ ਨਵਾਂ ਹੀ ਨਾਟਕ ਸ਼ੁਰੂ ਕਰ ਦਿੱਤਾ ਸੀ। ਕਦੇ ਉਸਨੂੰ ਚੱਕਰ ਆਉਣ ਲੱਗਦੇ ਅਤੇ ਕਦੇ ਉਸਦਾ ਜੀਅ ਮਚਲਾ ਰਿਹਾ ਹੁੰਦਾ। ਉਹ ਸਾਰਾ ਸਾਰਾ ਦਿਨ ਕਮਰੇ ਵਿੱਚ ਰਹਿੰਦੀ। ਹੁਣ ਤਾਂ ਉਸਦਾ ਬੇਟਾ ਵੀ ਉਸ ਲਈ ਚਿੰਤਤ ਹੋ ਰਿਹਾ ਸੀ। ਮੇਰੀ ਹਾਲਤ ਵੀ ਹੁਣ ਤਾਂ ਅਜਿਹੀ ਹੋ ਗਈ ਸੀ ਕਿ ਮੇਰੇ ਤੋਂ ਕੋਈ ਕੰਮ ਨਹੀਂ ਹੁੰਦਾ ਸੀ ਅਤੇ ਮੇਰੀ ਸੱਸ ਤਾਂ ਹੁਣ ਬਿਲਕੁਲ ਹੀ ਬੈੱਡ ਰੈਸਟ 'ਤੇ ਸੀ। ਮੈਂ ਮੇਰੀ ਸੱਸ ਦਾ ਇਹ ਸਾਰਾ ਨਾਟਕ ਸਮਝ ਰਹੀ ਸੀ, ਪਰ ਉਸ ਦੀ ਅਸਲੀਅਤ ਤਾਂ ਮੈਨੂੰ ਉਦੋਂ ਪਤਾ ਲੱਗੀ ਜਦੋਂ ਮੈਂ ਉਸਨੂੰ ਇੱਕ ਗਾਇਨੀ ਕੋਲੋਂ ਵਾਪਸ ਆਉਂਦੇ ਦੇਖਿਆ ਸੀ। ਬੇਟੀ ਤਾਂ ਬੇਟੀ, ਮਾਂ ਵੀ ਕਿਸੇ ਨਾਲੋਂ ਘੱਟ ਨਾ ਨਿਕਲੀ। ਉਸਨੇ ਵੀ ਮੇਰੇ ਤੇ ਵਿਕਰਮ ਦੇ ਅੱਖੀਂ ਘੱਟਾ ਪਾਇਆ ਸੀ ਤੇ ਧੋਖਾ ਦਿੱਤਾ। ਗੱਲ ਇਹ ਸੀ ਕਿ ਉਹ ਪੇਟ ਦਰਦ ਦਾ ਬਹਾਨਾ ਬਣਾ ਕੇ ਵਿਕਰਮ ਦੇ ਸਾਹਮਣੇ ਰੋਂਦੀ ਰਹਿੰਦੀ ਸੀ ਅਤੇ ਵਿਕਰਮ ਵੀ ਆਪਣੀ ਮਾਂ ਦੀ ਬਹੁਤ ਜ਼ਿਆਦਾ ਚਿੰਤਾ ਕਰ ਰਿਹਾ ਸੀ। ਜਦੋਂ ਮੈਂ ਵਿਕਰਮ ਤੋਂ ਆਪਣੇ ਪੇਕੇ ਜਾਣ ਦੀ ਇਜਾਜ਼ਤ ਮੰਗੀ ਤਾਂ ਉਸਨੇ ਮੈਨੂੰ ਜਾਣ ਲਈ ਇਜਾਜ਼ਤ ਦੇ ਦਿੱਤੀ। ਉਸਨੇ ਮੈਨੂੰ ਤਸੱਲੀ ਦਿੱਤੀ ਸੀ ਕਿ ਉਹ ਮੇਰੇ ਤੋਂ ਪਿੱਛੋਂ ਸਭ ਸੰਭਾਲ ਲਵੇਗਾ। ਮੈਂ ਆਰਾਮ ਨਾਲ ਆਪਣੀ ਮਾਂ ਦੇ ਘਰ ਪਹੁੰਚ ਚੁੱਕੀ ਸੀ। ਦੁਨੀਆ ਵਿੱਚ ਸਿਰਫ ਇੱਕ ਮਾਂ ਹੀ ਹੈ ਜੋ ਬਗੈਰ ਕਿਸੇ ਮਤਲਬ ਤੋਂ ਪਿਆਰ ਕਰਦੀ ਹੈ। ਮੇਰੀ ਮਾਂ ਨੇ ਵੀ ਮੇਰਾ ਬਹੁਤ ਖੁਸ਼ੀ ਨਾਲ ਸਵਾਗਤ ਕੀਤਾ। ਉਹ ਤਾਂ ਮੈਨੂੰ ਬੈੱਡ ਤੋਂ ਉੱਤਰ ਕੇ ਇੱਕ ਪਾਣੀ ਦਾ ਗਲਾਸ ਵੀ ਪੀਣ ਤੱਕ ਨਹੀਂ ਦਿੰਦੀ ਸੀ। ਕੁਝ ਦਿਨ ਤਾਂ ਮੈਨੂੰ ਮੇਰੀ ਭਾਬੀ ਨੇ ਵੀ ਬਿਠਾ ਕੇ ਖਵਾ ਦਿੱਤਾ, ਪਰ ਹੁਣ ਤਾਂ ਉਸ ਦੀਆਂ ਅੱਖਾਂ ਅੱਗੇ ਵੀ ਹਨੇਰਾ ਆਉਣ ਲੱਗਿਆ ਸੀ। ਉਹ ਮੈਨੂੰ ਬਹਾਨੇ ਨਾਲ ਕੰਮ ਕਰਨ ਲਈ ਕਹਿੰਦੀ ਸੀ। ਇੱਕ ਦਿਨ ਤਾਂ ਮੈਨੂੰ ਮੇਰੀ ਭਾਬੀ ਨੇ ਮੇਰੇ ਹੱਥ ਵਿੱਚ ਝਾੜੂ ਫੜਾਉਂਦੇ ਹੋਏ ਕਿਹਾ ਕਿ ਅੱਜ ਤੋਂ ਤੂੰ ਝਾੜੂ ਪੋਚਾ ਕਰਿਆ ਕਰ, ਇਸ ਨਾਲ ਤੇਰੀ ਡਿਲੀਵਰੀ ਵਿੱਚ ਆਸਾਨੀ ਹੋਵੇਗੀ। ਮੈਂ ਆਪਣੀ ਮਾਂ ਵੱਲ ਵੇਖਿਆ ਤਾਂ ਉਹ ਵੀ ਮੈਨੂੰ ਬੜਾ ਬੇਵੱਸ ਜਿਹੀ ਨਜ਼ਰ ਆਈ। ਮੈਂ ਬੜੇ ਗੁੱਸੇ ਨਾਲ ਝਾੜੂ ਫੜਿਆ ਅਤੇ ਇੱਧਰ ਉੱਧਰ ਜ਼ੋਰ-ਜ਼ੋਰ ਦੀ ਮਾਰਨ ਲੱਗੀ ਤਾਂ ਮੇਰਾ ਪੈਰ ਫਿਸਲ ਗਿਆ ਅਤੇ ਮੈਂ ਪੌੜੀਆਂ ਤੋਂ ਥੱਲੇ ਜਾ ਡਿੱਗੀ ਅਤੇ ਬੇਹੋਸ਼ ਹੋ ਗਈ। ਮੈਨੂੰ ਇਸ ਗੱਲ ਦਾ ਕੋਈ ਹੋਸ਼ ਨਾ ਰਿਹਾ ਕਿ ਕਦੋਂ ਮੈਨੂੰ ਡਾਕਟਰ ਦੇ ਕੋਲ ਲਿਜਾਇਆ ਗਿਆ ਅਤੇ ਕਦੋਂ ਮੇਰਾ ਇਲਾਜ ਸ਼ੁਰੂ ਕੀਤਾ। ਮੈਂ ਕਈ ਘੰਟਿਆਂ ਦੀ ਬੇਹੋਸ਼ੀ ਤੋਂ ਬਾਅਦ ਜਦੋਂ ਹੋਸ਼ ਵਿੱਚ ਆਈ ਤਾਂ ਮੈਨੂੰ ਆਪਣਾ ਆਪ ਬੜਾ ਖਾਲੀ ਜਿਹਾ ਮਹਿਸੂਸ ਹੋਇਆ, ਜਿਵੇਂ ਮੇਰੇ ਜਿਸਮ ਦਾ ਕੋਈ ਹਿੱਸਾ ਮੇਰੇ ਤੋਂ ਅਲੱਗ ਹੋ ਗਿਆ ਹੋਵੇ। ਫਿਰ ਮੈਂ ਜਲਦੀ ਨਾਲ ਜਦੋਂ ਆਪਣੇ ਪੇਟ ਦੇ ਵੱਲ ਵੇਖਿਆ ਤਾਂ ਮੈਂ ਸਮਝ ਗਈ। ਮੈਂ ਖੁਸ਼ੀ ਨਾਲ ਆਪਣੀ ਮਾਂ ਨੂੰ ਆਵਾਜ਼ ਮਾਰੀ ਅਤੇ ਕਿਹਾ ਕਿ ਮਾਂ, ਮੇਰਾ ਬੱਚਾ ਕਿੱਥੇ ਹੈ? ਬੇਟਾ ਹੋਇਆ ਹੈ ਜਾਂ ਬੇਟੀ? ਮੇਰੀ ਗੱਲ ਸੁਣ ਕੇ ਮੇਰੀ ਮਾਂ ਰੋਣ ਲੱਗ ਪਈ। ਉਸ ਦੇ ਰੋਣ ਨਾਲ ਮੈਂ ਘਬਰਾ ਗਈ ਅਤੇ ਮੈਂ ਨਰਸਾਂ ਤੋਂ ਚੀਕ ਕੇ ਆਪਣੇ ਬੱਚੇ ਬਾਰੇ ਪੁੱਛਣ ਲੱਗੀ ਤਾਂ ਮੈਨੂੰ ਇੱਕ ਲੇਡੀ ਡਾਕਟਰ ਨੇ ਆ ਕੇ ਕਿਹਾ ਕਿ ਤੇਰੇ ਬੇਟਾ ਹੋਇਆ ਸੀ, ਅਸੀਂ ਉਸ ਨੂੰ ਬਚਾ ਨਹੀਂ ਸਕੇ ਅਤੇ ਹੁਣ ਤਾਂ ਸ਼ਾਇਦ ਤੁਸੀਂ ਕਦੇ ਵੀ ਮਾਂ ਨਹੀਂ ਬਣ ਪਾਓਗੇ। ਮੈਂ ਉੱਚੀ ਉੱਚੀ ਦਹਾੜਾ ਮਾਰ ਕੇ ਰੋਣ ਲੱਗੀ। ਇਸ ਲਈ ਉਹਨਾਂ ਨੇ ਮੈਨੂੰ ਨੀਂਦ ਦਾ ਇੰਜੈਕਸ਼ਨ ਲਗਾ ਦਿੱਤਾ। ਫਿਰ ਉਸ ਤੋਂ ਬਾਅਦ ਮੇਰੇ ਨਾਲ ਅਜਿਹਾ ਹੋਣ ਲੱਗਿਆ ਕਿ ਜਦੋਂ ਵੀ ਮੈਨੂੰ ਹੋਸ਼ ਆਉਂਦਾ ਤਾਂ ਮੈਂ ਉੱਚੀ ਉੱਚੀ ਰੋਣ ਲੱਗਦੀ ਤਾਂ ਫਿਰ ਤੋਂ ਉਹ ਮੈਨੂੰ ਨੀਂਦ ਦਾ ਇੰਜੈਕਸ਼ਨ ਲਗਾ ਦਿੱਤਾ ਜਾਂਦਾ।
ਇੱਕ ਹਫ਼ਤਾ ਗੁਜ਼ਰਿਆ। ਜਦੋਂ ਮੈਂ ਹੋਸ਼ ਵਿੱਚ ਆਈ ਤਾਂ ਮੈਂ ਸੁਣਿਆ ਕਿ ਮੇਰੀ ਸੱਸ ਕਿਸੇ ਨੂੰ ਬੇਟਾ ਹੋਣ ਦੀਆਂ ਮੁਬਾਰਕਾਂ ਦੇ ਰਹੀ ਸੀ। ਮੈਂ ਉੱਦਾਂ ਹੀ ਅੱਖਾਂ ਬੰਦ ਕਰਕੇ ਪਈ ਰਹੀ। ਫਿਰ ਮੈਨੂੰ ਵੀਨਾ ਦੀ ਆਵਾਜ਼ ਸੁਣਾਈ ਦਿੱਤੀ ਤਾਂ ਮੈਂ ਝੱਟ ਆਪਣੀਆਂ ਅੱਖਾਂ ਖੋਲ੍ਹ ਲਈਆਂ। ਮੈਂ ਦੇਖਿਆ ਕਿ ਵੀਨਾ ਦਾ ਬੈੱਡ ਇੱਕ ਬੈੱਡ ਨੂੰ ਛੱਡ ਕੇ ਮੇਰੇ ਨਾਲ ਹੀ ਸੀ। ਮੇਰੀ ਸੱਸ ਉਹਨਾਂ ਦੋਹਾਂ ਨੂੰ ਦੇਖ ਕੇ ਬਹੁਤ ਖੁਸ਼ ਹੋ ਰਹੀ ਸੀ। ਆਪਣੀ ਸੱਸ ਨੂੰ ਉੱਥੇ ਦੇਖ ਕੇ ਮੈਨੂੰ ਸਮਝ ਆ ਗਿਆ ਸੀ ਕਿ ਉਹ ਵੀ ਸਾਡੀਆਂ ਅੱਖਾਂ ਵਿੱਚ ਘੱਟਾ ਪਾ ਕੇ ਚੋਰੀ-ਚੋਰੀ ਆਪਣੀ ਬੇਟੀ ਨੂੰ ਮਿਲਣ ਲਈ ਜਾਂਦੀ ਸੀ। ਪਰ ਵੀਨਾ ਤਾਂ ਇੱਕ ਵਾਰ ਫਿਰ ਤੋਂ ਮੇਰੇ ਕੋਲ ਜਿੱਤ ਗਈ ਸੀ। ਉਸਨੇ ਆਪਣੀ ਔਲਾਦ ਪਾ ਲਈ ਸੀ ਅਤੇ ਮੈਂ ਖੋਹ ਦਿੱਤੀ ਸੀ। ਮੈਂ ਨਰਸਾਂ ਕੋਲੋਂ ਨਜ਼ਰ ਬਚਾ ਕੇ ਹੌਲੀ ਜਿਹੇ ਵੀਨਾ ਦੇ ਬੈੱਡ ਦੇ ਕੋਲ ਚਲੀ ਗਈ। ਮੈਂ ਰੋ ਰਹੀ ਸੀ। ਮੈਂ ਵੀਨਾ ਨੂੰ ਕਿਹਾ ਕਿ ਤੂੰ ਵਿਆਹ ਤੋਂ ਬਾਅਦ ਮੇਰੇ ਨਾਲ ਬਹੁਤ ਬੁਰਾ ਕੀਤਾ ਸੀ। ਮੇਰੇ ਨਾਲ ਬਹੁਤ ਧੱਕਾ ਕੀਤਾ ਸੀ। ਜਦੋਂ ਮੈਂ ਤੇਰੇ ਨਾਲ ਥੋੜ੍ਹਾ ਜਿਹਾ ਬੁਰਾ ਕੀਤਾ ਤਾਂ ਭਗਵਾਨ ਨੇ ਮੇਰੇ ਕੋਲੋਂ ਫੌਰਨ ਬਦਲਾ ਲੈ ਲਿਆ, ਜਦੋਂ ਕਿ ਤੂੰ ਤਾਂ ਅੱਜ ਵੀ ਖੁਸ਼ ਹੈ। ਮੈਨੂੰ ਦੇਖ ਕੇ ਉਹ ਪੀਲੀ ਪੈ ਚੁੱਕੀ ਸੀ ਅਤੇ ਉਸ ਦੀਆਂ ਅੱਖਾਂ ਵੀ ਹੰਝੂਆਂ ਨਾਲ ਭਿੱਜ ਚੁੱਕੀਆਂ ਸਨ। ਵੀਨਾ ਨੇ ਕਿਹਾ, ਭਾਬੀ, ਮੈਂ ਤੁਹਾਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ ਅਤੇ ਮੈਨੂੰ ਇਹ ਸੀ ਕਿ ਤੁਸੀਂ ਵੀਰੇ ਤੋਂ ਹਮੇਸ਼ਾ ਲਈ ਦੂਰ ਹੋ ਜਾਓ ਅਤੇ ਮੇਰਾ ਵੀਰਾ ਹਮੇਸ਼ਾ ਮੈਨੂੰ ਹੀ ਪਿਆਰ ਕਰੇ। ਇਸ ਲਈ ਮੈਂ ਹਰ ਸੰਭਵ ਕੋਸ਼ਿਸ਼ ਕਰਦੀ ਸੀ ਤੁਹਾਨੂੰ ਪਰੇਸ਼ਾਨ ਕਰਨ ਦੀ, ਤਾਂ ਜੋ ਤੁਸੀਂ ਵੀਰੇ ਨੂੰ ਛੱਡ ਕੇ ਚਲੇ ਜਾਓ। ਤੁਹਾਡੇ ਨਾਲ ਮੈਂ ਜੋ ਵੀ ਕੀਤਾ ਉਸ ਦੀ ਸਜ਼ਾ ਮੈਨੂੰ ਮਿਲਣੀ ਹੀ ਸੀ ਅਤੇ ਹੁਣ ਮੇਰੀ ਤੇ ਤੁਹਾਡੀ ਜ਼ਿੰਦਗੀ ਬਰਬਾਦ ਹੋ ਗਈ ਹੈ। ਮੇਰਾ ਪਤੀ ਹੁਣ ਮੇਰੇ ਤੇ ਹਮੇਸ਼ਾ ਸ਼ੱਕ ਕਰਦਾ ਹੈ ਕਿ ਕਿਤੇ ਮੈਂ ਉਸ ਲੜਕੇ ਨਾਲ ਭੱਜ ਨਾ ਜਾਵਾਂ ਜਿਸ ਨੂੰ ਮੈਂ ਪਿਆਰ ਕਰਦੀ ਸੀ। ਮੈਨੂੰ ਬਹੁਤ ਕੁੱਟਦਾ ਮਾਰਦਾ ਹੈ ਅਤੇ ਮੇਰੇ ਤੋਂ ਲੋਕਾਂ ਦੇ ਘਰਾਂ ਵਿੱਚ ਝਾੜੂ ਪੋਚਾ ਲਗਵਾਉਂਦਾ ਹੈ। ਭਾਬੀ, ਇਸ ਦੁਨੀਆ ਵਿੱਚ ਹਰ ਇਨਸਾਨ ਨੂੰ ਉਸਦੇ ਪਾਪਾਂ ਦੀ ਸਜ਼ਾ ਮਿਲਦੀ ਹੈ। ਮੇਰੇ ਪਾਪ ਦੀ ਸਜ਼ਾ ਮੈਨੂੰ ਮਿਲ ਗਈ ਅਤੇ ਤੁਹਾਡੇ ਪਾਪ ਦੀ ਤੁਹਾਨੂੰ। ਭਾਬੀ, ਤੁਸੀਂ ਤਾਂ ਮੇਰੇ ਤੋਂ, ਮੇਰੇ ਘਰ ਵਾਲਿਆਂ ਦਾ ਪਿਆਰ ਅਤੇ ਮੇਰੀ ਮੁਹੱਬਤ ਨੂੰ ਹੀ ਖੋਹ ਲਿਆ ਅਤੇ ਭਗਵਾਨ ਨੇ ਤੁਹਾਡੇ ਤੋਂ ਤੁਹਾਡੀ ਔਲਾਦ ਖੋਹ ਲਈ। ਦੋਸਤੋ, ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਣਾ ਚਾਹੀਦਾ। ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇਕਰ ਵਧੀਆ ਲੱਗੀ ਤਾਂ ਅੱਗੇ ਵੀ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਜੇਕਰ ਚੈਨਲ 'ਤੇ ਨਵੇਂ ਹੋ ਤਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਕਹਾਣੀ ਦੇਖਣ ਲਈ ਧੰਨਵਾਦ ਜੀ।